साडा प्रोग्राम पार्लीमेंट जाण दा। अगर सरकार किते सानू पार्लीमेंट नहीं जाण दिंदी, किते गिरफ्तारियां हुंदियां तां असीं मोर्चा नहीं ठंडा पैण देना। शांतमई ढंग दे नाल अगर असीं चला गए तां समझ लो असीं मोर्चा जित गए। भी ऐतकी जिहड़ा मंजूरी लओगे सरकार तो जां बिना मंजूरी तो, क्योंकि बात दे विच कहंदे भी आगू मंजूरी तो बिना तुरदे नहीं। मंजूरी पहलां भी कदे नहीं मंगदे हुंदे, गल नूं समझीदा हुंदा है। ਇਹ ਤਾਂ ਜਦੋਂ ਅਸੀਂ ਪ੍ਰੋਗਰਾਮ ਦਿੰਨੇ ਆ ਨਾ ਜੀ ਵੀ ਅਸੀਂ ਜਾਣਾ ਹੈ, ਉਸ ਵੇਲੇ ਪ੍ਰਸ਼ਾਸਨ ਦੇ ਜਦੋਂ ਹੱਥਾਂ ਪੈਰਾਂ ਦੀ ਪੈਂਦੀ ਹੈ ਨਾ, ਉਹਦੇ ਮੁਤਾਬਕ ਫਿਰ ਪ੍ਰਸ਼ਾਸਨ ਮਨਜ਼ੂਰੀਆਂ ਬਣਾ ਦਿੰਦਾ ਹੁੰਦਾ ਸਾਨੂੰ ਵੀ ਇੱਧਰ ਦੀ ਨਹੀਂ ਫਰਾਇੰਦੀ ਜਾਂਦੇ ਰਹੋ ਜੀ, ਇੰਨੇ ਕੁ ਜਾਂਦੇ ਰਹੋ ਜੀ, ਉਹ ਕਰ ਲਓ ਆਹ ਕਰ ਜਾਵੇ ਤਾਂ ਸਰਦ ਰੁੱਤ ਦਾ ਜਿਹੜਾ ਪਹਿਲਾ ਸੈਸ਼ਨ ਹੋਊਗਾ ਘੱਟੋ ਘੱਟ 15 ਦਿਨ ਚੱਲੂ। ਮੈਂ ਇਹ ਮੰਨ ਲਿਆ ਵੀ 7500 ਬੰਦਾ ਥੋੜਾ ਸੰਸਦ ਘੇਰ ਕੇ ਬਹਿ ਜੂ। ਮੈਂ ਉਸੇ ਦਿਨ ਇਹ ਕਿਹਾ ਸੀ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਦਾ ਕਿਸੇ ਜਥੇਬੰਦੀ ਨਾਲ ਤਾਲਮੇਲ ਹੈ तो जनतक क्यों नहीं करता। हम ये कह रहे थे भाई पहले आप FIR करो, उसके बाद आप इन्वेस्टिगेशन कीजिएगा। जो वहाँ की SP ने जो बयान दिया, उन्होंने कहा कि कुलदीप राणा को तो मिर्गी के दौरे आते थे और वो मिर्गी का दौरा आके गिर गया। पुलिस का कमिश्नर है जो मोदी सरकार के बहुत करीबी है, उसी को बना दे उसका इंचार्ज, वही बता देगा। मतलब अब डॉक्टरी भी ये पुलिस के थ्रू ही करवाएंगे, पत्रकार क्या काम करेगा क्या काम नहीं करेगा ये भी ये पुलिस के डंडे से ही तय कराएंगे। तो मतलब फिर इनको लोकतंत्र का नाम बदल के मोदी सरकार को लोकतंत्र कर देना चाहिए। संसद के चारों तरफ ट्रालियां लगा के टेंट भी लगाने के प्रोग्राम है। हम तो यही सोच के चल रहे हैं कि संसद का सत्र चलते चलते इतना दबाव बना देंगे कि सरकार तीनों कानून वापस ले लेगी और MSP गारंटी कानून लागू हो जाएगा। सत श्री अकाल दोस्तों, मैं गुरप्रीत कोटली। जिस तरह संयुक्त किसान मोर्चे ने 26 तरीक का प्रोग्राम दिता, उस तो बाद 29 तरीक को जो संसद का घिराव करन जाना, इन्हां गल्लां बारे आपां जिहड़ा संयुक्त किसान मोर्चे के आगू जगजीत सिंह जी डलेवाल साहब नाल ते उन्हां दे नाल काका सिंह जी कोट अभिमन्यु कहाड़, इन्हां नाल गलबात करांगे कि किस तरह का उन्हां दी जिहड़ी विओतबंदी है। सत श्री अकाल जी। सत श्री अकाल जी, बहुत बहुत धन्यवाद। डलेवाल साहब, की प्रोग्राम आ हुण तुहाडा जिहड़ा हैगा 26 ਦਾ ਤੇ 29 ਦਾ, ਜੋ ਕੱਲ ਮੀਟਿੰਗ ਖਤਮ ਹੋਈ, ਉਹਦੇ ਚ ਕਿਹੜੇ ਫੈਸਲੇ ਲਿੱਤੇ ਗਏ? ਦੇਖੋ, ਉਹਦੇ ਵਿੱਚ ਸਭ ਤੋਂ ਮੇਨ ਫੈਸਲਾ ਇਹੀ ਹੈ ਕਿ ਸਰਕਾਰ ਨੇ ਰਸਤੇ ਖੋਲ੍ਹੇ ਹੈ, ਸਰਕਾਰ ਨੇ ਬੰਦ ਕੀਤੇ ਸੀ, ਔਰ ਜਦੋਂ ਸਰਕਾਰ ਨੇ ਰਸਤੇ ਖੋਲ੍ਹਤੇ ਸਾਨੂੰ ਅਲਾਊ ਕਰਤਾ ਅੱਗੇ ਜਾਣਾ, ਤਾਂ ਹੁਣ ਅਸੀਂ ਮਤਲਬ ਪਾਰਲੀਮੈਂਟ ਵੱਲ ਮਤਲਬ ਕੂਚ ਕਰਾਂਗੇ। ਉਹਦੇ ਲਈ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ ਕਿ ਅਸੀਂ 26 ਨੂੰ ਕੂਚ ਕਰਾਂਗੇ, ਲੇਕਿਨ ਆਪਣਾ ਜਿਹੜਾ ਇਹਨਾਂ ਨੇ ਪਾਰਲੀਮੈਂਟ ਦਾ ਸੈਸ਼ਨ ਆ ਉਹ 29 ਨੂੰ ਸ਼ੁਰੂ ਕਰਨਾ ਹੈ। ਇਸ ਕਰਕੇ ਹੁਣ ਸਾਨੂੰ ਸਮਾਂ ਮਿਲ ਗਿਆ, ਕਿਸਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ 24, 25, 26, 27 ਇਹਨਾਂ ਦਿਨਾਂ ਦੇ ਵਿੱਚ ਆਪਾਂ ਤਕੜੇ ਹੋ ਕੇ ਮੋਰਚੇ ਦੇ ਵਿੱਚ ਗਿਣਤੀ ਵਧਾਈਏ, ਕਿਉਂਕਿ ਜਿਹੜਾ ਸਾਡਾ 29 ਦੀ ਕਾਲ ਹੈ ਕਿ ਅਸੀਂ ਪਾਰਲੀਮੈਂਟ ਜਾਣਾ ਹੈ। ਪਾਰਲੀਮੈਂਟ ਜਾਂਦਿਆਂ ਸਾਡਾ ਪ੍ਰੋਗਰਾਮ ਪਾਰਲੀਮੈਂਟ ਜਾਣ ਦਾ। ਅਗਰ ਸਰਕਾਰ ਕਿਤੇ ਸਾਨੂੰ ਪਾਰਲੀਮੈਂਟ ਨਹੀਂ ਜਾਣ ਦਿੰਦੀ, ਕਿਤੇ ਗ੍ਰਿਫਤਾਰੀਆਂ ਹੁੰਦੀਆਂ ਤਾਂ ਅਸੀਂ ਮੋਰਚਾ ਨਹੀਂ ਠੰਡਾ ਪੈਣ ਦੇਣਾ। ਸਾਡੀ ਮਗਰੋਂ ਸੰਖਿਆ ਇੰਨੀ ਤਕੜੀ ਮਜ਼ਬੂਤ ਹੋਵੇ ਕਿ ਜਿਸ ਤਰੀਕੇ ਦੇ ਨਾਲ ਅਸੀਂ 500 ਦਾ ਜਥਾ, 500 ਦਾ ਜਥਾ ਟਿਕਰੀ ਬਾਰਡਰ ਤੋਂ, 500 ਦਾ ਜਥਾ ਗਾਜੀਪੁਰ ਤੋਂ ਚੱਲਣਾ ਹੈ ਸੰਸਦ ਵੱਲ ਨੂੰ, ਉਹਦੀ ਜਗ੍ਹਾ ਦੀ ਜਦੋਂ ਕਿਤੇ ਗ੍ਰਿਫਤਾਰੀ ਦੇ ਚਾਂਸ ਬਣਦੇ ਆ, ਗ੍ਰਿਫਤਾਰੀ ਹੋ ਵੀ ਜਾਂਦੀ ਹੈ, ਤਾਂ ਫਿਰ ਅਸੀਂ ਸਾਡਾ ਮਗਰਲੇ ਪਾਸੇ 500 ਦਾ ਜਥਾ ਕਾਇਮ ਰਹੇ। ਉੱਥੇ ਇਸ ਵੇਲੇ ਮੋਰਚਿਆਂ ਦੀ ਹਾਲਤ ਨੂੰ ਠੀਕ ਕਰਨਾ ਸਾਡੇ ਲਈ ਇਹਨਾਂ ਸਾਰੀਆਂ ਗੱਲਾਂ ਨੂੰ, ਪਰਿਸਥਿਤੀਆਂ ਨੂੰ ਧਿਆਨ 'ਚ ਰੱਖ ਕੇ ਜ਼ਰੂਰੀ ਹੈ, ਔਰ ਇਸ ਲਈ ਅਸੀਂ ਅਪੀਲ ਕਰਦੇ ਹਾਂ। ਪਰ ਇਹ ਜ਼ਰੂਰ ਆ ਗੱਲ ਕਿ 500 ਦਾ ਜਥਾ ਜਾਣ ਦਾ ਇੱਕ ਬਾਰਡਰ ਤੋਂ ਤਿਆਰੀ ਦਾ ਪ੍ਰੋਗਰਾਮ ਬਣਾਇਆ ਹੋਇਆ, ਉਹਨੂੰ ਉਵੇਂ ਰਹਿਣਾ। ਸਾਡੀ ਅਪੀਲ ਆ ਕਿ ਇਸ ਮੋਰਚੇ ਨੂੰ ਸ਼ਾਂਤਮਈ ਢੰਗ ਦੇ ਨਾਲ ਅਗਰ ਅਸੀਂ ਚਲਾ ਗਏ ਤਾਂ ਸਮਝ ਲਓ ਅਸੀਂ ਮੋਰਚਾ ਜਿੱਤ ਗਏ। ਇੱਕ ਇਹ ਵੀ ਆ ਸੋਸ਼ਲ ਮੀਡੀਆ ਤੇ ਪੁੱਛਦੇ ਆ ਵੀ ਐਤਕੀ ਜਿਹੜਾ ਮੰਜੂਰੀ ਲਓਗੇ ਸਰਕਾਰ ਤੋਂ ਜਾਂ ਬਿਨਾ ਮੰਜੂਰੀ ਤੋਂ, ਕਿਉਂਕਿ ਬਾਅਦ ਦੇ ਵਿੱਚ ਕਹਿੰਦੇ ਵੀ ਆਗੂ ਮੰਜੂਰੀ ਤੋਂ ਬਿਨਾ ਤੁਰਦੇ ਨਹੀਂ। ਮੈਂ ਦੱਸਦਾ ਹਾਂ, ਮਨਜ਼ੂਰੀ ਪਹਿਲਾਂ ਵੀ ਕਦੇ ਨਹੀਂ ਮੰਗਦੇ ਹੁੰਦੇ, ਗੱਲ ਨੂੰ ਸਮਝੀਦਾ ਹੁੰਦਾ ਹੈ। ਇਹ ਤਾਂ ਜਦੋਂ ਅਸੀਂ ਪ੍ਰੋਗਰਾਮ ਦਿੰਨੇ ਆ ਨਾ ਜੀ ਵੀ ਅਸੀਂ ਜਾਣਾ ਹੈ, ਉਸ ਵੇਲੇ ਪ੍ਰਸ਼ਾਸਨ ਦੇ ਜਦੋਂ ਹੱਥਾਂ ਪੈਰਾਂ ਦੀ ਪੈਂਦੀ ਹੈ ਨਾ, ਉਹ ਇਹ ਕਹਿੰਦੇ ਹੁੰਦੇ ਆ ਵੀ ਜੇ ਤੁਸੀਂ ਜਾਣਾ ਹੈ ਜੀ, ਕਿੱਧਰ ਦੀ ਜਾਓਗੇ, ਐਂ ਕਰੋਗੇ, ਉਹ ਕਰੋਗੇ, ਅਸੀਂ ਆਪਦਾ ਰੂਟ ਦੱਸਦੇ ਹਾਂ ਵੀ ਅਸੀਂ ਇਸ ਰੂਟ 'ਤੇ ਜਾਣਾ ਹੈ, ਸਾਡਾ ਪ੍ਰੋਗਰਾਮ ਆ ਹੈ। ਉਹਦੇ ਮੁਤਾਬਕ ਫਿਰ ਪ੍ਰਸ਼ਾਸਨ ਮਨਜ਼ੂਰੀਆਂ ਬਣਾ ਦਿੰਦਾ ਹੁੰਦਾ ਸਾਨੂੰ ਵੀ ਇੱਧਰ ਦੀ ਨਹੀਂ ਫਰਾਇੰਦੀ ਜਾਂਦੇ ਰਹੋ ਜੀ, ਇੰਨੇ ਕੁ ਜਾਂਦੇ ਰਹੋ ਜੀ, ਉਹ ਕਰ ਲਓ ਆਹ ਕਰ ਲਓ, ਉਹਦੇ 'ਚੋਂ ਗੱਲਾਂ ਹੁੰਦੀਆਂ, ਅਸੀਂ ਕਦੇ ਮਨਜ਼ੂਰੀ ਨਹੀਂ ਮੰਗਦੇ। ਫਿਰ ਜਿਹੜਾ ਉਹ ਤੋਂ ਬਿਨਾਂ ਜਿਹੜੇ 500 ਕਿਸਾਨ ਜਾਣਗੇ, ਇਹ ਕੀ ਪਹਿਲਾਂ ਜਿਵੇਂ ਤੁਸੀਂ ਜੰਤਰ ਮੰਤਰ ਤੇ ਬਹਿ ਕੇ ਮੁੜੇ ਆਉਂਦੇ ਸੀਗੇ, ਇੱਕ ਤਰ੍ਹਾਂ ਦੀ ਸੰਸਦ ਚੱਲਦੀ ਸੀ, ਕੀ ਉੱਥੇ ਜਾ ਕੇ ਫਿਰ ਬਹਿ ਕੇ 500 ਅੱਜ ਇੱਕ ਦਿਨ ਜਾਣ ਕੇ ਆਉਣਗੇ, ਉਹ ਮੁੜੇ ਆਉਣਗੇ, ਅਗਲੇ ਨਵੇਂ ਜਾਣਗੇ, ਕਿਸ ਤਰ੍ਹਾਂ ਹੋਊਗਾ? ਬਿਲਕੁਲ ਨਹੀਂ, ਮੁੜ ਕੇ ਨਹੀਂ ਆਉਣਗੇ।
ਜਿਹੜੇ ਉੱਥੇ ਚਲੇ ਗਏ ਉਹ ਉੱਥੇ ਰੈਗੂਲਰ ਬੈਠਣਗੇ। ਅਗਲੇ ਦਿਨ ਨਵਾਂ ਜਥਾ ਜਾਏਗਾ, ਉਹ ਉੱਥੇ ਰੈਗੂਲਰ ਬੈਠੇਗਾ। ਉਸ ਤੋਂ ਅਗਲੇ ਦਿਨ ਫਿਰ ਨਵਾਂ ਜਥਾ ਜਾਏਗਾ, ਉਹ ਉੱਥੇ ਰੈਗੂਲਰ ਚੱਲੇਗਾ। ਜਿੰਨੇ ਦਿਨ ਸਾਡਾ ਉੱਥੇ ਸੰਸਦ ਦੇ ਵਿੱਚ ਚੱਲਣਾ ਹੈ ਸੈਸ਼ਨ ਚੱਲਣਾ, ਉਹਨੇ ਦਿਨ ਸਾਡੇ ਮਤਲਬ ਜਥੇ ਜਾਂਦੇ ਰਹਿਣਗੇ। ਮੰਨ ਲਓ ਘੱਟੋ ਘੱਟ ਜੇ ਮੰਨਿਆ ਜਾਵੇ ਤਾਂ ਸਰਦਰੁੱਤ ਦਾ ਜਿਹੜਾ ਪਹਿਲਾ ਸੈਸ਼ਨ ਹੋਊਗਾ ਘੱਟੋ ਘੱਟ 15 ਦਿਨ ਚੱਲੂ। ਮੈਂ ਇਹ ਮੰਨ ਲਿਆ ਵੀ 7500 ਬੰਦਾ ਥੋੜਾ ਸੰਸਦ ਘੇਰ ਕੇ ਬਹਿ ਜੂ। ਦੇਖੋ ਇਹ ਤੇ ਸਾਡਾ ਪ੍ਰੋਗਰਾਮ ਹੀ ਹੈ। ਮਤਲਬ ਅਸੀਂ ਦੇਖੋ ਜਦੋਂ ਆਪਾਂ ਗਏ ਸੀ ਇੱਥੋਂ, ਉਦੋਂ ਵੀ ਤਾਂ ਆਪਾਂ ਦਿੱਲੀ ਵਿੱਚ ਜਾਣ ਵਾਸਤੇ ਗਏ ਸੀ ਨਾ। ਅਗਰ ਰੋਕਿਆ ਸੀ ਸਾਨੂੰ ਤਾਂ ਸਰਕਾਰ ਨੇ ਰੋਕਿਆ ਸੀ। ਅੱਜ ਸਰਕਾਰ ਕਹਿੰਦੀ ਹੈ ਵੀ ਅਸੀਂ ਰਸਤੇ ਖੋਲ੍ਹਤੇ ਹੈ, ਅਸੀਂ ਦਿੱਲੀ ਜਾਣ ਵਾਸਤੇ, ਅਸੀਂ ਦਿੱਲੀ ਜਾਵਾਂਗੇ। ਪਾਰਲੀਮੈਂਟ ਉਸ ਦਿਨ ਜਾਣਾ ਸੀਗਾ, ਉਸ ਪਾਰਲੀਮੈਂਟ ਅੱਜ ਜਾਵਾਂਗੇ। ਇਹ ਹੁੰਦਾ ਤਾਂ ਨਹੀਂ, ਕਿਉਂਕਿ ਜਦੋਂ ਮੰਨ ਲਓ ਲੋਕ ਪਹੁੰਚ ਜਾਂਦੇ ਆ ਤੇ ਆਗੂ ਕਹਿੰਦੇ ਆ। ਹੁਣ ਇੱਕ ਇਹ ਦੱਸੋ ਵੀ ਜਿਹੜਾ ਇਹ ਵੀ ਪੁੱਛਦੇ ਲੋਕ, ਉਹ ਜਿਹੜੇ 500 ਬੰਦੇ ਜਾਣਗੇ ਕਿਵੇਂ, ਤੁਰ ਕੇ ਜਾਣਗੇ, ਟਰੈਕਟਰਾਂ ਤੇ ਜਾਣਗੇ, ਬੱਸਾਂ ਤੇ ਜਾਣਗੇ, ਅਜੇ ਬਣਾਉਣਾ? ਉਹਦੇ ਲਈ ਪ੍ਰੋਗਰਾਮ ਸਾਡਾ ਇੱਕ ਵਾਰੀ ਤੈਅ ਇਹ ਹੋਇਆ ਕਿ ਟਰੈਕਟਰਾਂ ਤੇ ਜਾਣਾ। ਕਈ ਵਾਰੀ ਕਿਸੇ ਤਰ੍ਹਾਂ ਦਾ ਮਤਲਬ ਸੰਯੁਕਤ ਮੋਰਚੇ ਦੇ ਵਿੱਚ ਵਿਚਾਰ ਚਰਚਾ 'ਚ ਕੋਈ ਗੱਲ ਆ ਜਾਂਦੀ ਹੈ ਵੀ ਆਪਾਂ ਸਾਧਨ ਬਦਲਣਾ ਜਾਂ ਕਰਨਾ, ਇਹ ਕੋਈ ਹੋ ਸਕਦੀਆਂ ਹੁੰਦੀਆਂ ਗੱਲਾਂ। ਲੇਕਿਨ ਜਾਵਾਂਗੇ ਪੈਦਲ, ਇੰਨਾ ਲੰਬਾ ਸਫ਼ਰ ਨਹੀਂ ਬੰਦੇ ਤੈਅ ਕਰ ਸਕਣਗੇ। 35-40 ਕਿਲੋਮੀਟਰ ਦਾ ਸਫ਼ਰ ਹੈ। ਸੋ ਇਸ ਗੱਲਾਂ ਨੂੰ ਧਿਆਨ 'ਚ ਰੱਖ ਕੇ ਟਰੈਕਟਰਾਂ ਦਾ ਪ੍ਰੋਗਰਾਮ ਹੈ। ਟਰੈਕਟਰਾਂ ਦਾ ਤੇ ਇਹ ਜਿਹੜਾ ਹੁਣ ਲਗਭਗ ਆਪਾਂ ਖੜੇ ਆ, ਝੋਨਾ ਵੱਢ ਲਿਆ, ਕਣਕ ਵੀ ਲਗਭਗ 50% ਬੀਜੀ ਗਈ ਆ। ਪਿੰਡਾਂ ਦੇ ਵਿੱਚੋਂ ਜੱਥੇ ਕੱਢਣ ਵਾਸਤੇ ਜਥੇਬੰਦੀਆਂ ਜਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ, ਕਿਉਂਕਿ ਨਾਲ ਵੋਟਾਂ ਵੀ ਆ, ਵੋਟਾਂ ਵਾਲੇ ਵੀ ਹੁਣ ਖਿੱਚਣਗੇ ਆਪਦੇ ਆਪ ਨੂੰ, ਲੋਕਾਂ ਨੂੰ ਆਪਦਾ ਜਿਹੜਾ ਕੇਡਰ ਹੈ, ਤੇ ਤੁਸੀਂ ਉਹ ਚੀਜ਼ ਨੂੰ ਕਿਵੇਂ ਕਾਊਂਟਰ ਕਰੋਗੇ? ਅਸੀਂ ਪੁਰਜ਼ੋਰ ਅਪੀਲ ਕਰਾਂਗੇ ਕਿ ਕਿਸਾਨ ਦੋਸਤੋ, ਇਸ ਮੋਰਚੇ ਨੂੰ ਤਕੜੇ ਹੋ ਕੇ ਭਰੋ। ਇਹ ਮੋਰਚਾ ਤੁਹਾਡਾ ਹੈ। ਅਸੀਂ ਤਾਂ ਸਿਰਫ ਇੱਕ ਮੋਹਰਾਂ, ਸਾਨੂੰ ਤਾਂ ਤੁਸੀਂ ਮੂਹਰੇ ਲਾਇਆ ਹੈ। ਅਸੀਂ ਉਹ ਆਪਦੀ ਡਿਊਟੀ ਨਿਭਾ ਰਹੇ ਜਿਹੜੀ ਤੁਸੀਂ ਸਾਨੂੰ ਦਿੱਤੀ ਹੈ। ਮੋਰਚੇ ਦੀ ਜਿੱਤ, ਮੋਰਚੇ ਦੀ ਹਾਰ ਤੁਹਾਡੇ ਸਿਰ ਤੇ ਖੜੀ ਹੈ। ਤਕੜੇ ਹੋ ਕੇ ਜਿੰਨੀ ਗਿਣਤੀ ਤੁਹਾਡੀ ਉੱਥੇ ਮੌਜੂਦ ਰਹੇਗੀ, ਸਾਨੂੰ ਦਿਸੇਗਾ ਵੀ ਸਾਡੇ ਸਾਥੀ, ਸਾਡੇ ਵੀਰ ਮਜ਼ਬੂਤੀ ਨਾਲ ਮੋਰਚੇ 'ਚ ਬੈਠੇ ਆ, ਤਾਂ ਸਾਡੇ ਵੀ ਜਿਹੜੇ ਫੈਸਲੇ ਲੈਣ ਦੀ ਜਿਹੜੀ ਸਮਰੱਥਾ ਹੈ ਉਹ ਮਜ਼ਬੂਤ ਹੋ ਜੂਗੀ, ਸਾਡੀ ਵੀ ਤਾਕਤ ਮਜ਼ਬੂਤ ਹੋ ਜੂਗੀ। ਤੋ ਅਸੀਂ ਜਿਹੜੀ ਗੱਲ ਨੂੰ ਲੈ ਕੇ ਤੁਰੇ ਹਾਂ, ਪਹਿਲੇ ਦਿਨ ਜਿਹੜੀ ਗੱਲ ਨੂੰ ਲੈ ਕੇ ਤੁਰੇ ਹਾਂ, ਅਸੀਂ ਉਸ ਗੱਲ ਤੇ ਖੜੇ ਹਾਂ। ਕਾਨੂੰਨ ਰੱਦ ਕਰਾਉਣੇ ਆ, MSP ਦੀ ਗਰੰਟੀ ਲੈਣੀ ਹੈ। MSP ਦੀ ਗਰੰਟੀ ਬਗੈਰ ਦੇਸ਼ ਦਾ ਕੁਝ ਨਹੀਂ ਬਣ ਸਕਦਾ। ਇੱਕ ਲਾਸਟ ਸਵਾਲ ਆ ਤੁਹਾਡੇ ਤੋਂ, ਇੱਕ ਵਿੱਚ ਗੱਲਾਂ ਉੱਡਦੀਆਂ ਰਹਿੰਦੀਆਂ ਕਿ ਪਹਿਲਾਂ ਕਹਿੰਦੇ ਸੀ ਦੀਵਾਲੀ ਤੱਕ ਖਤਮ ਹੋ ਜਾਊ, ਹੁਣ ਦੀਵਾਲੀ ਵੀ ਲੰਘ ਗਈ। ਹੁਣ ਮੈਨੂੰ ਲੱਗਦਾ ਕਈ ਕਹਿ ਦੇਣਗੇ ਜਦੋਂ ਗੁਰਪੁਰਬ ਆਊਗਾ ਉਦੋਂ ਖਤਮ ਹੋ ਜੂ। ਇਹ ਕਿਹੜੀਆਂ ਜਥੇਬੰਦੀਆਂ ਜਿਨ੍ਹਾਂ ਬਾਰੇ ਕੈਪਟਨ ਸਾਹਿਬ ਵੀ ਕਹਿ ਦਿੰਦੇ ਆ, ਤੁਸੀਂ ਤੁਹਾਡੀ 32 ਜਥੇਬੰਦੀਆਂ ਦੀ ਮੀਟਿੰਗ ਹੋਈ, ਪੁੱਛਿਆ ਨਹੀਂ ਵੀ ਭਾਈ ਕਿਹੜੇ ਬੰਦੇ? ਨਹੀਂ ਦੇਖੋ, ਮੈਂ ਤੇ ਅਸੀਂ 32 ਜਥੇਬੰਦੀਆਂ ਦੇ ਵਿੱਚ ਜੋ ਗੱਲ ਹੋਈ ਹੈ, 32 ਜਥੇਬੰਦੀਆਂ ਨੇ ਕਿਹਾ ਵੀ ਸਾਡੀ ਕਿਸੇ ਦੀ ਕੋਈ ਕੈਪਟਨ ਨਾਲ ਗੱਲ ਨਹੀਂ ਹੋਈ ਜਾਂ ਕਿਸੇ ਦੀ ਕੋਈ ਸਰਕਾਰ ਨਾਲ ਗੱਲ ਨਹੀਂ ਹੋਈ। ਮੈਂ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਮੇਰੀ 13 ਜਥੇਬੰਦੀਆਂ ਨਾਲ ਗੱਲਬਾਤ ਹੈ, ਮੇਰੇ ਨਾਲ ਲਿੰਕ ਨੇ, ਮੈਂ ਉਸੇ ਦਿਨ ਇਹ ਕਿਹਾ ਸੀ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਦਾ ਕਿਸੇ ਜਥੇਬੰਦੀ ਨਾਲ ਤਾਲਮੇਲ ਹੈ ਤਾਂ ਜਨਤਕ ਕਿਉਂ ਨਹੀਂ ਕਰਦਾ। ਉਹਨੂੰ ਜਨਤਕ ਨਾ ਕਰਨ ਦੇ ਮਗਰਲੇ ਪਾਸੇ ਬੜੀ ਕਲੀਅਰ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ BJP ਦੀ ਹੀ B ਟੀਮ ਹੈ। ਉਹ ਸਾਡੇ ਅੰਦੋਲਨ ਦੇ ਵਿੱਚ ਇਹ ਵਿਸ਼ਵਾਸ ਦੀ ਭਾਵਨਾ ਲਿਆਉਣੀ ਚਾਹੁੰਦਾ ਕਿ ਬੇਵਿਸ਼ਵਾਸੀ ਹੋਵੇ ਵੀ ਉਹ ਤਾਂ ਲੀਡਰ ਜੀ ਮਿਲਦੇ ਫਿਰਦੇ ਨੇ, ਜਥੇਬੰਦੀਆਂ ਮਿਲਦੀਆਂ ਫਿਰਦੀਆਂ, ਤਾਂ ਕਿ ਅੰਦੋਲਨ ਸਾਡਾ ਕਮਜ਼ੋਰ ਹੋ ਜਾਏ। ਕੋਈ ਇਹੋ ਜਿਹੀ ਗੱਲ ਨਹੀਂ ਗੀ, ਸਾਰੇ ਦਿਲ ਦੇ ਰੱਦ। ਇੱਕ ਅੱਜ ਤੁਹਾਡੀ ਜਥੇਬੰਦੀ ਦਾ ਜਿਹੜਾ ਹੈਗੇ ਆਪਾਂ ਕਿ ਫਤਿਹਗੜ੍ਹ ਸਾਹਿਬ ਵਾਲੇ ਪਾਸਿਓਂ ਇੱਕ ਕਿਸਾਨ ਆਗੂ ਆ ਜਿਹੜਾ ਉਹਨੇ ਆਪਦੀ ਜੀਵਨ ਲੀਲਾ ਸਮਾਪਤ ਕਰਤੀ ਹੈ, ਕੀ ਘਟਨਾ ਹੋਈ ਹੈ ਜਿਹੜੀ ਇਹ? ਦੇਖੋ, ਜਿਹੜੀ ਉਹਦੀ ਘਟਨਾ ਦੀ, ਜਿੱਥੇ ਹੁਣ ਮੈਂ ਤਾਂ ਇੱਥੇ ਬਿਮਾਰ ਹੋਣ ਕਰਕੇ ਆਇਆ ਵਾ ਸੀ ਪਿੰਡ, ਰਾਤ ਹੀ ਆਏ ਹਾਂ ਅਸੀਂ, ਸਾਡੇ ਤੋਂ ਮਗਰੋਂ ਇਹ ਘਟਨਾ ਵਾਪਰ ਗਈ। ਬੜੀ ਦੁਖਦਾਈ ਘਟਨਾ ਹੈ। ਜਿਸ ਤਰ੍ਹਾਂ ਦੀ ਸਾਨੂੰ ਉੱਥੋਂ ਆਗੂਆਂ ਤੋਂ ਗੱਲਬਾਤ ਮਿਲੀ ਹੈ, ਉਹ ਇਹ ਨਿਕਲੀ ਹੈ ਕਿ ਉਹ ਆਦਮੀ 3-4 ਦਿਨ ਤੋਂ ਆਇਆ ਸੀ, ਔਰ ਜਿਸ ਤਰ੍ਹਾਂ ਦੀ ਘਟਨਾ ਲਖੀਮਪੁਰ ਦੇ ਵਿੱਚ ਵਾਪਰੀ ਤੇ ਜਿਸ ਤਰ੍ਹਾਂ ਦੀ ਹਰਿਆਣੇ ਦੇ ਵਿੱਚ ਹੁਣ ਘਟਨਾ ਵਾਪਰ ਕੇ ਹਟੀ ਹੈ, ਔਰ ਇਹਨਾਂ ਦੋਹਾਂ ਘਟਨਾਵਾਂ ਨੂੰ ਲੈ ਕੇ ਉਹ ਕਾਫੀ ਬੰਦਾ ਮਤਲਬ ਸਟ੍ਰੈਸ ਦੇ ਵਿੱਚ ਸੀਗਾ। ਇੱਥੋਂ ਤੱਕ ਉਹ ਬੰਦਾ ਕਹਿੰਦਾ ਰਹਿੰਦਾ ਸੀ, ਉਹ ਬੰਦੇ ਦੱਸਦੇ ਆ ਵੀ ਸਰਕਾਰ ਬੜੀ ਜ਼ਾਲਮ ਹੈ, ਬੜੀ ਮਾੜੀ ਹੈ, ਇਹ ਲੋਕਾਂ ਦਾ ਮਤਲਬ ਕਤਲੇਆਮ ਕਰਨ ਤੇ ਤੁਲੀ ਹੋਈ ਹੈ। ਇਹੋ ਜਿਹੀਆਂ ਗੱਲਾਂ ਉਹ ਬੰਦਾ ਕਰਦਾ ਸੀਗਾ, ਔਰ ਲੋਕਾਂ ਮਾਨਸਿਕ ਤੌਰ ਤੇ ਸਟ੍ਰੈਸ ਆ ਚੁੱਕਿਆ ਸੀ ਤੇ ਜਿਹਦੇ 'ਚ ਮੈਨੂੰ ਲੱਗਦਾ ਉਹਨੇ ਮਤਲਬ ਖੁਦਕੁਸ਼ੀ ਕੀਤੀ। ਇੱਕ ਹਾਂਸੀ ਦੇ ਵਿੱਚ ਜਿਹੜਾ ਹੈਗਾ ਲਗਾਤਾਰ ਆਪਾਂ ਕਿ ਜਿਹੜਾ ਚੱਲੀ ਜਾਂਦਾ SP ਦਫ਼ਤਰ ਦਾ ਘਰਾਓ ਕੀਤਾ ਗਿਆ, ਮੈਨੂੰ ਬਾਈ ਕਿੰਨਾ ਕੁ ਜਿਹੜਾ ਹੈਗਾ ਸਕਸੈਸ ਆ ਮੋਰਚੇ ਦੀ ਤੇ ਕੀ ਉਹਦੀਆਂ ਮੰਗਾਂ ਜੋ ਹਾਂਸੀ ਦੇ ਵਿੱਚ ਲਗਾਤਾਰ ਚੱਲ रही? देखो अभी वहाँ पे क्या हुआ, 3-4 दिन पहले बीजेपी के सांसद रामचंद्र जांगड़ा का एक कार्यक्रम था। तो किसान वहाँ पे शांतिपूर्ण तरीके से प्रदर्शन कर रहे थे काले झंडे लेके। अचानक से बीजेपी सांसद की गाड़ी से कुछ लोग उतरते हैं और उनके हमारे किसान भाइयों के साथ मारपीट शुरू करते हैं। वहाँ मारपीट होने के बाद लोगों ने बीच बचाव करा दिया। तो हमारा साथी जब आगे गया तो 100 मीटर आगे जाने के बाद वो अचानक से गिर गया और उसने गिरते हुए ये बात कही कि भाई मेरे सिर पे चोट मारी उन्होंने। तो जो वो झड़प हुई उसमें कोई उनके सिर पे चोट मार गया। तो उसके बाद पहले हमने नारनौल थाने में धरना लगाया था, वहाँ पे प्रशासन को 2 दिन का टाइम दे के उसके बाद उस धरने को हांसी SP ऑफिस के बाहर शिफ्ट कर दिया। उसमें हमारी मांग ये है कि भाई रामचंद्र जांगड़ा और जो उनके साथ गुंडे चल रहे थे उनके ऊपर पर्चा दर्ज होना चाहिए।
जो हमारे 2 साथियों को गिरफ्तार किया गया, उनकी वैसे रिहाई हो चुकी है, उनके ऊपर जो पर्चा दर्ज हुआ है वो वापस होना चाहिए। और तीसरी बात, क्योंकि आज हमारा भाई जो कुलदीप राणा है, जो पहले दिन से जो आंदोलन में पूरे तौर पे सक्रिय है, उसके परिवार में, अपना तो परिवार है ही है, कुछ दिन पहले उसके भाई एक्सपायर हो गए थे, तो उसके परिवार की जिम्मेदारी भी उनके ऊपर है। कुछ दिन पहले उनके पिता भी एक्सपायर हो गए थे, तो अकेले खाने कमाने वाले वो थे, कमाने वाले अपने घर में। आज इतने दिन, 6-7 दिन हो चुके हैं उस घटना को, अब तक उनको होश नहीं आया है। 2 ऑपरेशन हो चुके हैं, पूरे शरीर में सूजन है और मशीनों के आधार पे उनको सांस ले रहे हैं, तो हालत उनकी बहुत गंभीर है। तो तीसरी हमारी मांग ये भी है कि उनको आर्थिक सहायता कराई जाए प्रशासन की तरफ से, और उनके परिवार में एक नौकरी भी दी जाए। तो अभी जब लास्ट टाइम हमारी बात हुई थी प्रशासन के साथ, परसों शाम को बात हुई थी, तो प्रशासन ये कह रहा था कि भाई हम पहले इन्वेस्टिगेशन करेंगे, उसके बाद एफआईआर करेंगे। हम ये कह रहे थे भाई पहले आप एफआईआर करो, उसके बाद आप इन्वेस्टिगेशन कीजिएगा। मान लो 2 गुटों में कहीं कोई झड़प हो जाती है, गांव में कहीं कोई झगड़ा हो जाता है, और एक गुट अपनी शिकायत लेके पहुंचता है कि, और उसके पास चशमदीद गवाह भी होते हैं, एक नहीं 4-5 चशमदीद गवाह होते हैं जो कहते हैं कि हमने देखी पूरी घटना को, और वो कंप्लेंट देते हैं, तो एफआईआर होती है, और एफआईआर के बाद फिर इन्वेस्टिगेशन होती है, फिर सब सच पता लग जाता है, कौन सच बोल रहा है, कौन झूठ बोल रहा है। पता नहीं यहाँ पे प्रशासन के ऊपर किसका दबाव है कि बीजेपी सांसद के लिए कानून को, संविधान को भी ताक पे लगा रहे हैं, कह रहे पहले इन्वेस्टिगेशन करेंगे फिर एफआईआर करेंगे। और अगर आम आदमी का ये केस होता तो क्या उस केस में भी सरकार प्रशासन यही करती? उस केस में तो एफआईआर करते और इन्वेस्टिगेशन करते। सबसे खतरनाक बात जो है, आज पूरे देश को जो बात समझनी चाहिए, जो वहाँ की एसपी ने जो बयान दिया, उन्होंने कहा कि कुलदीप राणा को तो मिर्गी के दौरे आते थे और वो मिर्गी का दौरा आके गिर गया। मतलब अब एक एसपी ये बता रही हैं कि भाई को किसको मिर्गी के दौरे आते हैं, किसको मिर्गी के दौरे नहीं आते। यानी पहले तो उनको ये तय करना चाहिए वो एसपी हैं या वो डॉक्टर हैं। पुलिस का कमिश्नर है जो मोदी सरकार के बहुत करीबी है, उसी को बना दे उसका इंचार्ज, वही बता देगा। मतलब अब डॉक्टरी भी ये पुलिस के थ्रू ही करवाएंगे, पत्रकार क्या काम करेगा क्या काम नहीं करेगा ये भी ये पुलिस के डंडे से ही तय कराएंगे। मतलब देश में कोर्ट भी क्या फैसला देंगे वो भी ये डंडे के दम पे तय करवाएंगे। तो मतलब फिर इनको लोकतंत्र का नाम बदल के मोदी सरकार को लठतंत्र कर देना चाहिए। वैसे जब हमारी मीटिंग हुई, जब हमने इसमें बहुत सीरियस ऑब्जेक्शन उठाया, जो वहाँ पे एसपी हैं, एसपी नीति का नाम है उनका, हमने कहा ये आपकी बिल्कुल सरासर गलत है, आप संवैधानिक पद पे बैठी हुई हैं, आप इस तरीके की राजनीतिक बयानबाजी मत कीजिए। तो उन्होंने मीटिंग में माफ़ी मांगी उस चीज़ के लिए और उन्होंने अपने शब्द वापस लिए कि भाई मेरे से ये गलती हो गई। और लास्ट सवाल, कैसी तैयारियां 26-29 को हरियाणा के लोगों में, कैसे जो आगे बढ़ाया जाएगा आंदोलन हरियाणा में? देखिए अभी कल ये तय हुआ है, कल सारी चीज़ें, कल मीटिंग में कि 29 तारीख को टीकरी और गाजीपुर बॉर्डर से 500-500 का जत्था जाएगा, क्योंकि ये 2 बॉर्डर सरकार ने खोलने का काम किया है। तो अभी पूरा वॉलंटियर सिस्टम लगाया जाएगा पूरे अच्छे तरीके से, और पूरी लिस्ट बना के पहले ही, जिस तरीके से हर जत्थेबंदी में 10 से 12 लोग डेली जाएंगे आगे, तो उनकी पूरी लिस्ट आउट करके, ताकि जिम्मेदार साथी उसमें होंगे, जो आइडेंटिफाइड साथी होंगे वही आगे उसमें जाएं। क्योंकि संख्या मान लीजिए 15 दिन चलता है, 20 दिन चलता है, 2 मोर्चों से जाएंगे तो 20 दिनों में संख्या 20,000 हो जाएगी वहाँ पे। तो इसलिए सारी सिचुएशन को कंट्रोल करना, वहाँ पे टेंट वेंट की व्यवस्था करना अपने लोगों के लिए सारी। जब सांसद के चारों तरफ ट्रालियां लगा के टेंट भी लगाने के प्रोग्राम है भैया, ठंड हो गई है तो वहाँ पे रात को रुकेंगे लोग, तो टेंट भी चाहिएगा, लंगर भी चाहिएगा, सारी चीज़ें चाहिए। ये मान लिया जाए कि फिर जब टेंट लगे, लंगर लगे, फिर मुझे लगता है फिर वापस आना भी, जब सांसद हो जाएगी साथ में आ सकते हो? नहीं देखो, ये तो फिर संयुक्त किसान मोर्चा मीटिंग में तय करेगा कि भाई संसद का सत्र खत्म हो जाएगा तब क्या करना है। अभी तो हम तो यही सोच के चल रहे हैं कि संसद का सत्र चलते चलते इतना दबाव बना देंगे कि सरकार तीनों कानून वापस ले लेगी और एमएसपी गारंटी कानून लागू हो जाएगा। भाई हम तो फरियादी हैं, तो फरियादी होता है वो तो उम्मीद से ही आता है कि भाई ये स्टेप उठाएंगे तो हमारा आंदोलन हम जीत लेंगे। तो उसी उम्मीद के साथ ये स्टेप उठा रहे हैं कि इसमें सरकार पे माकूल दबाव बनाएंगे और भी ज़्यादा दबाव बनाएंगे, जिससे सरकार झुके, हमारी मांगे पूरी हों और हम आंदोलन जीत के वापस अपने घर ही आएंगे। दोबारा सड़क पे बैठने का शौक थोड़ी किसी को है, ये तो मजबूरी वश बैठना पड़ रहा है, क्योंकि जमींदार को अपनी ज़मीन भी बचानी है, जमींदार को अपना एक उसके ज़मीर का भी सवाल बन गया ये। तो वो भी सारी चीज़ें हैं, तो इसलिए हम उम्मीद करते हैं कि ये फैसला माकूल दबाव बनाएगा सरकार के ऊपर और मजबूती से इस फैसले को लागू करेंगे। धन्यवाद। सो ਇਹ ਸੀਗੇ ਪੰਜਾਬ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਨਾਲ ਹਰਿਆਣਾ ਦੇ ਆਗੂ ਆਪਾਂ ਗੱਲ ਕਰਗੇ
ਤੇ ਇਹਨਾਂ ਦਾ ਸਿੱਧਾ ਸਿੱਧਾ ਕਹਿਣਾ ਕਿ ਅਸੀਂ ਜਿਹੜਾ ਇੱਕ ਵਾਰ ਸੰਸਦ ਜਾਵਾਂਗੇ ਤੇ ਇਹਦਾ ਮਤਲਬ ਇਹ ਕਿ ਲਗਭਗ 15 ਦਿਨਾਂ 'ਚ 15,000 ਬੰਦਾ ਜਿਹੜਾ ਹੈਗਾ ਸੰਸਦ ਦੇ ਆਸੇ-ਪਾਸੇ ਟਰਾਲੀਆਂ ਲਾ ਕੇ ਟੈਂਟ ਲਾ ਕੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਬੈਠਾ ਮਿਲੂਗਾ। ਲਗਾਤਾਰ ਲੋਕਾਂ ਦੀ ਡਿਮਾਂਡ ਸੀ, ਸ਼ਾਇਦ ਉਹ ਪੂਰੀ ਹੋ ਰਹੀ ਹੈ। ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।